हेलो फ्रेंड्स, वेलकम टू मैगनीफिसेंट लर्निंग CDP कंप्लीट CDP कोर्स फॉर PS ਟੈਟ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਜੋ ਨੈਕਸਟ ਚੈਪਟਰ ਕਰਨ ਜਾ ਰਹੇ ਹਾਂ ਭਾਸ਼ਾ ਅਤੇ ਵਿਚਾਰ। ਭਾਸ਼ਾ ਅਤੇ ਵਿਚਾਰ ਦੇ ਵਿੱਚ ਕਾਫੀ ਜ਼ਿਆਦਾ ਡਿਬੇਟ ਚੱਲਦੀ ਹੈ ਇਸ ਟੌਪਿਕ 'ਤੇ ਵੀ, ਪਹਿਲੇ ਭਾਸ਼ਾ ਆਈ ਜਾਂ ਫਿਰ ਵਿਚਾਰ ਹੈ। ਸੋ ਅਲੱਗ-ਅਲੱਗ ਮਨੋਵਿਗਿਆਨੀਆਂ ਦੇ ਅਕੋਰਡਿੰਗ ਉਹਨਾਂ ਦੇ ਅਲੱਗ-ਅਲੱਗ ਵਿਚਾਰ ਸੀਗੇ, ਅਲੱਗ-ਅਲੱਗ ਉਹਨਾਂ ਨੇ ਆਪਣੇ ਜਿਹੜੇ ਪੇਸ਼ ਕੀਤੇ ਹੈ ਵਿਚਾਰ ਕਿ ਪਹਿਲੇ ਭਾਸ਼ਾ ਆਈ ਜਾਂ ਫਿਰ ਕੁਝ ਕਹਿੰਦੇ ਆ ਪਹਿਲੇ ਵਿਚਾਰ ਆਇਆ। ਸੋ ਉਹਨਾਂ ਨੂੰ ਸਮਝਣਾ ਕਾਫੀ ਇੰਪੋਰਟੈਂਟ ਹੈ, ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ ਨੇ। ਸੋ ਭਾਸ਼ਾ ਅਤੇ ਵਿਚਾਰ ਦੇ ਬਾਰੇ ਸਮਝਣ ਤੋਂ ਪਹਿਲੇ ਅਸੀਂ ਸਟੇਜਸ ਕਰਾਂਗੇ ਵੀ ਇੱਕ ਜਿਹੜਾ ਭਾਸ਼ਾ ਹੈ, ਭਾਸ਼ਾ ਦਾ ਵਿਕਾਸ ਹੋਣ ਦੇ ਲਈ ਕੁਝ ਬੱਚੇ ਨੂੰ ਸਟੇਜਸ ਦੇ ਵਿੱਚੋਂ ਲੰਘਣਾ ਪੈਂਦਾ ਹੈ। ਉਹਨਾਂ ਸਟੇਜਾਂ ਨੂੰ ਡਿਸਕਸ ਕਰਾਂਗੇ। ਦੈਨ ਉਸ ਤੋਂ ਬਾਅਦ ਮੋਸਟ ਇੰਪੋਰਟੈਂਟ ਅਸੀਂ 4 ਅੱਜ ਮਨੋਵਿਗਿਆਨਿਕਾਂ ਦੇ ਬਾਰੇ ਡਿਸਕਸ ਕਰਾਂਗੇ ਕਿ ਉਹਨਾਂ ਨੇ ਆਪਣੇ ਕਿਹੜੇ ਵਿਚਾਰ ਪੇਸ਼ ਕੀਤੇ ਨੇ। 4 ਇੰਪੋਰਟੈਂਟ ਮਨੋਵਿਗਿਆਨੀ ਕਿਹੜੇ ਨੇ? ਪਿਆਜੇ, ਵਾਈਗੋਟਸਕੀ, ਸਕਿਨਰ ਐਂਡ ਚੋਮਸਕੀ। ਵੈਰੀ ਇੰਪੋਰਟੈਂਟ, ਤਿੰਨੋਂ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਮਨੋਵਿਗਿਆਨ। ਇਹਨਾਂ ਦੇ ਬਾਰੇ ਸਮਝਣਾ ਕਾਫੀ ਇੰਪੋਰਟੈਂਟ ਹੈ ਕਿ ਇਹਨਾਂ ਨੇ ਭਾਸ਼ਾ ਅਤੇ ਵਿਚਾਰ ਦੇ ਬਾਰੇ ਕੀ ਕਿਹਾ ਹੈ। ਸੋ ਸਭ ਤੋਂ ਪਹਿਲਾਂ ਅਸੀਂ ਸਟੇਜਸ ਆਫ ਲੈਂਗੁਏਜ ਡਿਵੈਲਪਮੈਂਟ ਪੜ੍ਹ ਲੈਂਦੇ ਹਾਂ। ਸੋ ਸਭ ਤੋਂ ਪਹਿਲਾਂ ਸਟੇਜ ਜਿਹੜੀ ਆਉਂਦੀ ਹੈ ਕ੍ਰਾਈਂਗ ਦੀ। ਜਦੋਂ ਬੱਚਾ ਛੋਟਾ ਹੁੰਦਾ ਹੈ ਉਹਨੂੰ ਭਾਸ਼ਾ ਦਾ ਵਿਕਾਸ ਨਹੀਂ ਹੋਇਆ ਹੁੰਦਾ, ਇਸ ਕਰਕੇ ਉਹ ਬਰਥਡੇ ਟਾਈਮ ਦੇ ਉੱਤੇ ਕੀ ਕਰਦਾ ਹੁੰਦਾ ਹੈ? ਕ੍ਰਾਈਂਗ ਕਰਦਾ ਹੁੰਦਾ ਹੈ ਜਦੋਂ ਪੈਦਾ ਹੋਇਆ ਹੁੰਦਾ ਹੈ। ਦੈਨ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ 6 ਵੀਕਸ ਦਾ ਹੋ ਜਾਂਦਾ ਉਹ ਕੀ ਕਰਦਾ ਹੈ? ਕੋਇੰਗ ਕਰਦਾ ਹੈ, ਮਤਲਬ ਕਿ ਕੂ ਕੂ ਇੱਦਾਂ ਜਿਹੜੀਆਂ ਸਾਊਂਡਸ ਬੇਸਿਕਲੀ ਜਿਹੜੀਆਂ ਹੁੰਦੀਆਂ ਨੇ ਉਹ ਨਿਕਾਲਣੀਆਂ ਸ਼ੁਰੂ ਕਰ ਦਿੰਦਾ ਹੈ। ਆਪਣੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਦੀ, ਆਪਣੀ ਜਿਹੜੀਆਂ ਨੀਡਸ ਨੇ ਉਹਨਾਂ ਨੂੰ ਫੁੱਲਫਿਲ ਕਰਨ ਦੇ ਲਈ ਕੋਇੰਗ ਕਰਦਾ ਹੈ। ਨੈਕਸਟ ਉਸ ਤੋਂ ਬਾਅਦ ਜੋ 6 ਮਹੀਨੇ ਦਾ ਹੋ ਜਾਂਦਾ ਉਹ ਕੀ ਕਰਦਾ ਹੈ? ਬੈਬਲਿੰਗ ਕਰਦਾ ਹੈ। ਬੈਬਲਿੰਗ ਮੀਨਸ ਕਿ ਜਿਵੇਂ ਸਾਊਂਡਸ ਬੋਲਣਾ, ਜਿਵੇਂ ਪਾ, ਮਾਂ ਕਰਦਾ ਹੈ, ਠੀਕ ਹੈ, 1 ਵਰਡ ਬੋਲਦਾ ਹੈ। ਇਸ ਤਰੀਕੇ ਨਾਲ ਉਹ ਕੀ ਕਰਦਾ ਹੈ? ਬੈਬਲਿੰਗ ਕਰਦਾ ਹੈ। ਆਪਣੀ ਲੋੜਾਂ ਨੂੰ ਸੰਤੁਸ਼ਟ ਕਰਨ ਦੇ ਲਈ ਕੀ ਕਰੇਗਾ? ਬੈਬਲਿੰਗ ਕਰੇਗਾ। ਬੇਸਿਕਲੀ ਕੋਇੰਗ ਦੇ ਵਿੱਚ ਕੀ ਹੋਏਗਾ? ਉਹ ਸੈਂਸਿਸ ਦਾ ਜ਼ਿਆਦਾ ਯੂਜ਼ ਕਰੇਗਾ। ਸੈਂਸਿਸ ਦਾ ਯੂਜ਼ ਕਰਕੇ ਉਹ ਆਪਣੇ ਜਿਹੜੇ ਵਿਚਾਰ ਨੇ, ਆਪਣੀ ਜਿਹੜੀ ਮੁਸੀਬਤਸ ਨੇ, ਆਪਣੇ ਜਿਹੜੇ ਨੀਡਸ ਨੇ ਉਹ ਕੀ ਦੂਜਿਆਂ ਦੇ ਸਾਹਮਣੇ ਪ੍ਰਗਟ ਕਰਦਾ ਹੈ। ਨੈਕਸਟ ਹੈ ਇਨੋਟੇਸ਼ਨ ਪੈਟਰਨਸ। ਉਸ ਤੋਂ ਬਾਅਦ ਹੌਲੀ ਹੌਲੀ ਕੀ ਹੈ, ਜਿਵੇਂ ਪਾ ਕਰਦਾ ਹੈ ਨਾ, ਪਹਿਲੇ ਪਾ ਬੋਲਦਾ ਹੈ, ਫਿਰ ਪਾਪਾ ਪੂਰਾ ਵਰਡ ਬੋਲਣਾ ਸਟਾਰਟ ਕਰ ਦੇਗਾ, ਠੀਕ ਹੈ। ਇੱਦਾਂ ਜਿਹੜੀਆਂ ਸਾਊਂਡਸ ਨੇ ਉਹ ਬਣਾਉਣੀਆਂ ਸ਼ੁਰੂ ਕਰ ਦਿੰਦਾ, ਜਿਹਨੂੰ ਅਸੀਂ ਇੰਟੋਨੇਸ਼ਨ ਪੈਟਰਨਸ ਕਹਿੰਦੇ ਹਾਂ। ਹੌਲੀ ਹੌਲੀ ਉਹਦੇ ਜਿਹੜਾ ਭਾਸ਼ਾ ਦੇ ਵਿਕਾਸ ਆ ਉਹ ਸ਼ੁਰੂ ਹੋ ਜਾਂਦਾ ਹੈ। ਉਸ ਤੋਂ ਬਾਅਦ ਉਹ 1 ਵਰਡ ਜਿਹੜਾ ਹੈਗਾ ਬੋਲਣਾ ਸ਼ੁਰੂ ਕਰ ਦਿੰਦਾ ਹੈ 1 ਸਾਲ ਦੀ ਏਜ ਦੇ ਵਿੱਚ। 1 ਵਰਡ ਜਿਹੜਾ ਉਹਨੂੰ ਪੂਰਾ ਚੰਗੀ ਤਰੀਕੇ ਨਾਲ ਬੋਲ ਸਕਦਾ ਹੈ। 2 ਵਰਡਸ ਅਟਰੈਂਸ ਆ ਜਾਂਦੀ ਹੈ, ਜਿਵੇਂ ਬੋਲਣਾ ਲਾਈਕ ਜਿਵੇਂ ਯੂ ਗੋ, ਤੁਸੀਂ ਜਾਓ, ਐਜ਼ ਆ 2 ਵਰਡਸ ਕਰਕੇ ਬੋਲਦਾ ਹੈ ਆਪਣੀ ਫੀਲਿੰਗਸ ਨੂੰ, ਜਿਵੇਂ ਪਾਣੀ ਦੋ, ਰੋਟੀ ਖਾਣੀ, ਐਦਾਂ, ਠੀਕ ਹੈ। 2 ਵਰਡਸ ਅਟਰੈਂਸ ਆ ਜਾਂਦੀ ਹੈ 18 ਮਹੀਨੇ ਦੇ ਅੰਦਰ। ਨੈਕਸਟ ਹੈ ਇਨਫਲੈਕਸ਼ਨ ਵਰਡਸ। 2 ਸਾਲ ਦੀ ਉਮਰ ਦੇ ਵਿੱਚ ਜਿਹੜੇ ਹੈਗੇ ਨੇ ਉਹਦੇ ਵੋਕੈਬਲਰੀ ਹੈ ਉਹ ਧੀਰੇ ਧੀਰੇ ਕੀ ਹੁੰਦੀ, ਹੌਲੀ ਹੌਲੀ ਕੀ ਹੁੰਦੀ, ਇਨਹਾਂਸ ਹੋਣੀ ਸ਼ੁਰੂ ਹੋ ਜਾਂਦੀ ਹੈ। ਨੈਗੇਟਿਵ ਐਂਡ ਇੰਟੈਰੋਗੇਟਿਵ ਸੈਂਟੈਂਸਸ ਬੋਲਣੇ ਸ਼ੁਰੂ ਕਰ ਦਿੰਦਾ ਹੈ। ਰੇਅਰ ਐਂਡ ਕੰਪਲੈਕਸ ਕੰਸਟਰਕਸ਼ਨਸ, ਮੈਚਿਓਰ ਸਪੀਚ। ਸੋ ਤੁਹਾਡੇ ਲਈ ਬੇਸਿਕਲੀ ਜਿਹੜਾ ਇੰਪੋਰਟੈਂਟ ਕਿਹੜੇ ਸਟੇਜਸ ਨੇ, ਫਸਟ ਹੈ ਕ੍ਰਾਈਂਗ ਬਰਥ ਦੀ, ਜਿਹੜੀ ਤੁਸੀਂ ਯਾਦ ਰੱਖਣੀਆਂ ਨੇ। ਔਰ ਇੱਕ ਗੱਲ ਹੋਰ ਦੱਸ ਦਿੰਦੀ ਹਾਂ, PS ਟੈਟ ਤੇ PS ਟੈਟ ਪੇਪਰ 2 ਦੋਨਾਂ ਦੇ ਲਈ ਇਹ ਵੀਡੀਓ ਕਾਫੀ ਇਨਫੋਰਮੇਸ਼ਨ ਹੋਏਗੀ, ਯਾਨੀ ਕਿ ਹੈਲਪਫੁਲ ਹੋਏਗੀ ਬੇਸਿਕਲੀ। ਫਿਰ ਦੈਨ ਕੋਇੰਗ ਦੀ ਸਟੇਜ ਇੰਪੋਰਟੈਂਟ ਹੈ, ਬੈਬਲਿੰਗ ਦੀ ਇੰਪੋਰਟੈਂਟ ਹੈ, ਔਰ 1 ਵਰਡ ਅਟਰੈਂਸ ਦੀ ਜਿਹੜੀ ਸਟੇਜ ਹੈ ਇਹ ਵੀ ਇੰਪੋਰਟੈਂਟ ਹੈ। ਮੈਂ ਇੰਪੋਰਟੈਂਟ ਨਾਲ ਦੀ ਨਾਲ ਦੱਸਦੀ ਜਾਊਂਗੀ। 2 ਵਰਡ ਦੀ ਇੰਪੋਰਟੈਂਟ ਹੈ, ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰ ਲੈਂਦੇ ਹਾਂ, ਪਿਆਜੇ ਅਤੇ ਵਾਈਗੋਟਸਕੀ ਨੇ ਵਿਕਾਸ ਲਈ ਭਾਸ਼ਾ ਦੀ ਭੂਮਿਕਾ ਅਤੇ ਭਾਸ਼ਾ ਅਤੇ ਵਿਚਾਰ ਵਿਚਕਾਰ ਸੰਬੰਧਾਂ ਬਾਰੇ ਸਿਧਾਂਤ ਨੂੰ ਪ੍ਰਸਤਾਵ ਕੀਤਾ। ਜਿਵੇਂ ਕਿ ਤੁਸੀਂ ਜਾਣਦੇ ਹੋ ਪਿਆਜੇ ਅਤੇ ਵਾਈਗੋਟਸਕੀ ਕਾਫੀ ਇੰਪੋਰਟੈਂਟ ਮਨੋਵਿਗਿਆਨੀ ਨੇ। ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇਹਨਾਂ ਦੇ ਬਾਰੇ ਕਾਫੀ ਕੁਝ, ਇਹਨਾਂ ਦੀ ਥਿਊਰੀਜ਼ ਦੇ ਬਾਰੇ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। ਪਿਆਜੇ ਅਤੇ ਵਾਈਗੋਟਸਕੀ ਨੇ ਭਾਸ਼ਾ ਦੀ ਭੂਮਿਕਾ, ਰੋਲ ਆਫ ਲੈਂਗੁਏਜ ਐਂਡ, ਭਾਸ਼ਾ ਅਤੇ ਵਿਚਾਰ ਯਾਨੀ ਕਿ ਲੈਂਗੁਏਜ ਅਤੇ ਥੋਟ ਦੇ ਵਿਚਕਾਰ ਕੀ ਸੰਬੰਧ ਹੈ ਉਸ ਦੇ ਬਾਰੇ ਸਿਧਾਂਤ ਦਾ ਪ੍ਰਸਤਾਵ ਦਿੱਤਾ ਹੈ। ਪਿਆਜੇ ਦੇ ਅਨੁਸਾਰ, ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਪਿਆਜੇ ਦੇ ਬਾਰੇ ਗੱਲ ਕਰਾਂਗੇ। ਮੋਸਟ ਇੰਪੋਰਟੈਂਟ ਹੈ, ਕੁਐਸਚਨ ਵੀ ਇਸ ਦੇ ਰਿਲੇਟਡ ਪੇਪਰ 'ਚ ਆਇਆ ਹੋਇਆ, ਕੁਐਸਚਨ ਨੂੰ ਵੀ ਅਸੀਂ ਡਿਸਕਸ ਕਰਾਂਗੇ, ਠੀਕ ਹੈ ਜੀ। ਪਿਆਜੇ ਕੀ ਕਹਿੰਦੇ ਨੇ? ਪਿਆਜੇ ਦੇ ਅਨੁਸਾਰ ਵਿਚਾਰ ਭਾਸ਼ਾ ਤੋਂ ਪਹਿਲਾਂ ਹੁੰਦਾ ਹੈ। ਸੋ ਇਹ ਗੱਲ ਮੋਸਟ ਇੰਪੋਰਟੈਂਟ ਹੈ, ਯਾਦ ਰੱਖਣ ਵਾਲੀ ਹੈ ਕਿ ਪਿਆਜੇ ਕੀ ਕਹਿੰਦੇ ਨੇ? ਵਿਚਾਰ ਪਹਿਲਾਂ ਆਇਆ। ਪਹਿਲਾਂ ਕੀ ਆਇਆ ਹੈ? ਵਿਚਾਰ ਆਇਆ ਹੈ, ਯਾਨੀ ਕਿ ਥੋਟ ਪਹਿਲਾਂ ਆਇਆ ਹੈ, ਜੋ ਕਿ ਇਸ ਦੇ ਪ੍ਰਗਟਾਵੇ ਦੇ ਇੱਕ ਰੂਪ ਵਿੱਚੋਂ ਇੱਕ ਹੈ। ਵਿਚਾਰ ਦਾ ਗਠਨ ਮੂਲ ਰੂਪ ਵਿੱਚ ਸੰਵੇਦੀ ਮੋਟਰ ਸਕੀਮਾਂ ਦੇ ਤਾਲਮੇਲ ਉੱਤੇ ਨਿਰਭਰ ਕਰਦਾ ਹੈ, ਨਾ ਕਿ ਭਾਸ਼ਾ 'ਤੇ। ਸੋ ਇਹ ਗੱਲ ਪਿਆਜੇ ਕਹਿੰਦੇ ਨੇ, ਜਿਹੜਾ ਵਿਚਾਰ ਹੈ, ਜੋ ਬੇਸਿਕਲੀ ਥੋਟ ਹੈ, ਉਹ ਕਿਵੇਂ ਆਇਆ ਹੈ? ਸਕੀਮਾ ਦੇ ਰਾਹੀਂ ਆਇਆ ਹੈ। ਜਿਵੇਂ ਕਿ ਤੁਸੀਂ ਅਗਰ ਮੇਰੀ ਵੀਡੀਓ ਦੇਖੀ ਹੈ ਪਿਆਜੇ ਕੋਗਨੀਟਿਵ ਡਿਵੈਲਪਮੈਂਟ ਦੀ ਥਿਊਰੀ, ਤਾਂ ਤੁਸੀਂ ਸਕੀਮਾ ਵਰਡ ਨੂੰ ਸਮਝ ਚੁੱਕੇ ਹੋਵੋਗੇ। ਸਕੀਮਾ ਬੇਸਿਕਲੀ ਕੀ ਹੁੰਦਾ ਹੈ? ਕੋਈ ਵੀ ਅਗਰ ਕੰਮ ਕਰਨਾ ਹੈ, ਯਾਨੀ ਕਿ ਬੇਸਿਕਲੀ ਆਪਾਂ ਕਹਿ ਸਕਦੇ ਹਾਂ ਪੈਕਟਸ ਆਫ ਨੌਲੇਜ, ਹੈ ਨਾ, ਪੈਕਟਸ ਆਫ ਨੌਲੇਜ ਵੀ ਕਹਿ ਸਕਦੇ ਹਾਂ। ਸਕੀਮਾ ਦੇ ਵਿੱਚ ਕੀ ਹੁੰਦਾ? ਸਾਡੇ ਗਿਆਨ ਦਾ ਭੰਡਾਰ ਹੁੰਦਾ ਹੈ, ਛੋਟੇ ਛੋਟੇ ਪੈਕਟਸ ਹੁੰਦੇ ਨੇ। ਲਾਈਕ ਸਾਡੇ ਦਿਮਾਗ ਦੇ ਵਿੱਚ ਕੀ ਸਕੀਮਾ ਬਣੀ ਹੁੰਦੀ ਹੈ,
ਅਗਰ ਜਿਵੇਂ ਕਿ ਮੰਨ ਲਓ ਰੈਸਟੋਰੈਂਟ ਵਾਲੀ ਐਗਜ਼ਾਮਪਲ ਵੀ ਮੈਂ ਪਹਿਲਾਂ ਤੁਹਾਨੂੰ ਦੱਸੀ ਸੀ, ਕਾਫੀ ਫੇਮਸ ਐਗਜ਼ਾਮਪਲ ਹੈ ਇਹ ਵੀ। ਇੱਕ ਇਨਸਾਨ ਹੈ, ਅਗਰ ਉਹ ਰੈਸਟੋਰੈਂਟ ਦੇ ਵਿੱਚ ਜਾਂਦਾ, ਸਭ ਤੋਂ ਪਹਿਲਾਂ ਕੀ ਕਰੇਗਾ, ਜਾਏਗਾ ਆਪਣਾ ਟੇਬਲ ਤੇ ਬੈਠੇਗਾ, ਮੈਨੂ ਕਾਰਡ ਦੇਖੇਗਾ, ਉਸ ਦੇ ਵਿੱਚੋਂ ਆਰਡਰ ਪਲੇਸ ਕਰੇਗਾ, ਖਾਣਾ ਖਾਏਗਾ, ਔਰ ਦੈਨ ਉਸ ਤੋਂ ਬਾਅਦ ਕੀ ਕਰੇਗਾ, ਪੇਮੈਂਟ ਕਰੇਗਾ। ਪੇਮੈਂਟ ਕਰਨ ਤੋਂ ਬਾਅਦ ਉੱਥੋਂ ਚਲਾ ਜਾਏਗਾ। ਸੋ ਇੱਕ ਇਹ ਉਸਦੇ ਦਿਮਾਗ ਦੇ ਵਿੱਚ ਇੱਕ ਸਕੀਮਾ ਬਣੀ ਹੋਈ ਹੈ ਕਿਸੇ ਵੀ ਕੰਮ ਨੂੰ ਲੈ ਕੇ। ਸੋ ਇਹੀ ਗੱਲ ਪਿਆਜੇ ਕਹਿੰਦੇ ਨੇ ਕਿ ਵਿਚਾਰ ਦਾ ਗਠਨ ਮੂਲ ਰੂਪ ਵਿੱਚ ਸੰਵੇਦੀ ਮੋਟਰ ਸਕੀਮਾਂ ਦੇ ਤਾਲਮੇਲ ਉੱਤੇ ਨਿਰਭਰ ਕਰਦਾ ਹੈ। ਸੋ ਸਕੀਮਾਂ ਦੇ ਰਾਹੀਂ ਹੀ ਕੀ ਆਉਂਦਾ ਹੈ, ਵਿਚਾਰ ਆਉਂਦਾ ਹੈ, ਨਾ ਕਿ ਭਾਸ਼ਾ ਦੇ ਰਾਹੀਂ। ਇਹ ਉਦੋਂ ਹੀ ਹੋ ਸਕਦਾ ਹੈ ਜਦੋਂ ਬੱਚਾ ਮਾਨਸਿਕ ਯੋਗਤਾਵਾਂ ਦੇ ਇੱਕ ਖਾਸ ਪੱਧਰ 'ਤੇ ਪਹੁੰਚ ਜਾਂਦਾ ਹੈ, ਆਪਣੇ ਆਪ ਨੂੰ ਵਿਚਾਰ ਪ੍ਰਕਿਰਿਆਵਾਂ ਦੇ ਅਧੀਨ ਕਰਦਾ ਹੈ। ਯਾਨੀ ਕਿ ਪਿਆਜੇ ਕਹਿੰਦੇ ਨੇ ਕਿ ਜਦੋਂ ਬੱਚੇ ਦੀ ਜਿਹੜੀ ਮੈਂਟਲ ਐਬਿਲਿਟੀਜ਼ ਨੇ, ਠੀਕ ਹੈ, ਉਹਦੀ ਜਿਹੜੀ ਮੈਂਟਲ ਸਕਿੱਲ ਹੈ, ਮਾਨਸਿਕ ਯੋਗਤਾਵਾਂ ਨੇ, ਮਾਨਸਿਕ ਕੌਸ਼ਲ ਨੇ, ਉਹ ਡਿਵੈਲਪ ਹੋ ਚੁੱਕੇ ਹੁੰਦੇ ਨੇ, ਇੱਕ ਖਾਸ ਪੱਧਰ 'ਤੇ ਪਹੁੰਚ ਚੁੱਕੇ ਹੁੰਦੇ ਹਨ, ਉਦੋਂ ਤੋਂ ਹੀ ਉਸਦੇ ਜਿਹੜੇ ਵਿਚਾਰਾਂ ਦਾ ਗਠਨ ਸ਼ੁਰੂ ਹੋ ਜਾਂਦਾ ਹੈ। ਭਾਸ਼ਾ ਬੱਚੇ ਨੂੰ ਸੰਕਲਪਾਂ ਦੇ ਸੰਚਾਰ ਵਿੱਚ ਗੈਰ ਹਾਜ਼ਰ ਕਿਸੇ ਵਸਤੂ ਜਾਂ ਘਟਨਾ ਨੂੰ ਪੈਦਾ ਕਰਨ ਦੀ ਆਗਿਆ ਦਿੰਦੀ ਹੈ। ਪਿਆਜੇ ਜ਼ੋਰ ਦਿੰਦਾ ਹੈ ਕਿ ਬੱਚੇ ਦੀ ਭਾਸ਼ਾ ਅਤੇ ਵਿਚਾਰ ਬੋਧਾਤਮਕ ਪ੍ਰਕਿਰਿਆਵਾਂ ਦੇ ਪਹਿਲੂ ਹਨ। ਬੇਸਿਕਲੀ ਪਿਆਜੇ ਇਹੀ ਗੱਲ 'ਤੇ ਜ਼ਿਆਦਾ ਜ਼ੋਰ ਦਿੰਦੇ ਨੇ ਕਿ ਜਿਹੜਾ ਲੈਂਗੁਏਜ ਤੇ ਥੋਟ ਹੈ ਉਹ ਕਿਸ ਦੇ ਪਹਿਲੂ ਹਨ, ਕਿਸ ਦੇ ਪਹਿਲੂ ਨੇ, ਬੋਧਾਤਮਕ ਕਿਰਿਆਵਾਂ ਦੀ, ਯਾਨੀ ਕਿ ਕੋਗਨੀਟਿਵ ਪ੍ਰੋਸੈਸਿਸ ਨੇ, ਸਾਡੇ ਦਿਮਾਗ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਵੀ ਚੀਜ਼ਾਂ ਨੇ, ਹੈ ਨਾ, ਥਿੰਕਿੰਗ, ਨੌਲੇਜ, ਹੋਰ ਵੀ ਕਿੰਨੀ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਨੇ, ਕੋਗਨੀਟਿਵ ਮੈਮਰੀ ਬੇਸਿਕਲੀ ਹੋਊਗੀ। ਜਿਹੜੀ ਕੋਗਨੀਟਿਵ ਭਾਸ਼ਾ ਦੇ ਜਿਹੜੇ ਵਿਚਾਰ ਨੇ ਉਹ ਕੀ ਨੇ, ਕੋਗਨੀਟਿਵ ਪ੍ਰੋਸੈਸਿਸ ਨੇ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਬੱਚੇ ਦੇ ਬੌਧਿਕ ਵਿਕਾਸ ਨੂੰ ਉਸਦੀ ਭਾਸ਼ਾ ਅਤੇ ਵਿਚਾਰ ਪ੍ਰਕਿਰਿਆਵਾਂ ਦੁਆਰਾ ਸਮਝਿਆ ਜਾ ਸਕਦਾ ਹੈ। ਪਿਆਜੇ ਮੁੱਖ ਤੌਰ 'ਤੇ ਬੋਧਾਤਮਕ ਪਹਿਲੂ 'ਤੇ ਕੇਂਦਰਿਤ ਵਾਈਗੋਟਸਕੀ ਦੁਆਰਾ ਇੱਕ ਹੋਰ ਪਹਿਲੂ ਸ਼ਾਮਿਲ ਕੀਤਾ ਗਿਆ ਸੀ। ਸੋ ਪਿਆਜੇ ਬੇਸਿਕਲੀ ਕਿਸ 'ਤੇ ਜ਼ਿਆਦਾ ਜ਼ੋਰ ਦਿੰਦੇ ਨੇ, ਕੋਗਨੀਟਿਵ ਪਹਿਲੂ 'ਤੇ, ਕੋਗਨੀਟਿਵ ਡੋਮੇਨ 'ਤੇ ਜ਼ਿਆਦਾ ਜ਼ੋਰ ਦਿੰਦੇ ਨੇ। ਕੋਗਨੀਟਿਵ ਡੋਮੇਨ ਜਿਹੜਾ ਟਰਮ ਹੈ, ਇਸ ਨੂੰ ਵੀ ਅਸੀਂ ਪ੍ਰਿੰਸੀਪਲਸ ਆਫ ਡਿਵੈਲਪਮੈਂਟ ਔਰ ਜੋ ਸਟਾਰਟਿੰਗ ਦੇ ਵਿੱਚ ਕੰਸੈਪਟ ਆਫ ਡਿਵੈਲਪਮੈਂਟ ਉਸ ਦੇ ਵਿੱਚ ਵੀ ਸਮਝੇ ਸੀ ਕਾਫੀ ਸਾਰੇ ਡੋਮੇਨ। ਸੋ ਵੀਡੀਓਜ਼ ਅਗਰ ਨਹੀਂ ਦੇਖਿਆ ਤਾਂ ਜ਼ਰੂਰ ਦੇਖ ਲਓ ਬੈਟਰ ਅੰਡਰਸਟੈਂਡਿੰਗ ਦੇ ਲਈ। ਠੀਕ ਹੈ ਜੀ। ਸੋ ਪਿਆਜੇ ਬੇਸਿਕਲੀ ਕੀ ਕਹਿੰਦੇ ਨੇ, ਇੱਕ ਵਾਰ ਦੁਬਾਰਾ ਤੋਂ ਇਸ ਨੂੰ ਰਿਵਾਈਜ਼ ਕਰ ਲੈਂਦੇ ਹਾਂ ਤਾਂ ਕਿ ਚੰਗੀ ਤਰੀਕੇ ਨਾਲ ਤੁਹਾਨੂੰ ਯਾਦ ਹੋ ਜੇ। ਪਿਆਜੇ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਕੀ ਆਇਆ, ਵਿਚਾਰ ਆਇਆ। ਸਭ ਤੋਂ ਪਹਿਲੇ ਕੀ ਆਇਆ ਹੈ, ਵਿਚਾਰ ਆਇਆ ਹੈ, ਬਾਅਦ ਦੇ ਵਿੱਚ ਭਾਸ਼ਾ ਆਈ ਹੈ। ਹੁਣ ਇੱਕ ਗੱਲ ਹੋਰ ਕਹਿੰਦੇ ਨੇ ਕਿ ਵਿਚਾਰ ਕਿਵੇਂ ਆਇਆ ਹੈ, ਵਿਚਾਰ ਕਿਵੇਂ ਆਇਆ ਹੈ, ਸਕੀਮਾਂ ਦੇ ਰਾਹੀਂ, ਸੰਵੇਦੀ ਮੋਟਰ ਸਕੀਮਾਂ ਦੇ ਤਾਲਮੇਲ ਦੇ ਰਾਹੀਂ ਕੀ ਹੈ, ਵਿਚਾਰ ਦਾ ਗਠਨ ਹੋਇਆ ਹੈ, ਰਾਈਟ। ਔਰ ਇਸ ਤੋਂ ਬਾਅਦ ਇਹ ਕੀ ਕਹਿੰਦੇ ਨੇ ਵੀ ਸਕੀਮਾਂ ਵੀ ਉਦੋਂ ਬਣੇਗੀ, ਵਿਚਾਰ ਵੀ ਉਦੋਂ ਬਣੇਗਾ ਜਦੋਂ ਬੱਚੇ ਦੀ ਜਿਹੜੀ ਮਾਨਸਿਕ ਯੋਗਤਾਵਾਂ ਨੇ ਉਹ ਫੁੱਲਫਿਲ ਹੋ ਜਾਣਗੀਆਂ, ਮਾਨਸਿਕ ਯੋਗਤਾਵਾਂ ਦਾ ਵਿਕਾਸ ਹੋ ਚੁੱਕਿਆ ਹੋਏਗਾ। ਐਂਡ ਜਿਹੜੇ ਪਿਆਜੇ ਇੱਕ ਗੱਲ ਹੋਰ ਕਹਿੰਦੇ ਨੇ ਕਿ ਭਾਸ਼ਾ ਅਤੇ ਵਿਚਾਰ ਦੋਨੋਂ ਕੀ ਨੇ, ਬੋਧਾਤਮਕ ਕਿਰਿਆਵਾਂ ਨੇ, ਯਾਨੀ ਕਿ ਕੋਗਨੀਟਿਵ ਪ੍ਰੋਸੈਸਿਸ ਹਨ। ਇਹ ਤੁਸੀਂ ਯਾਦ ਰੱਖਣਾ ਹੈ। ਕੀ ਯਾਦ ਰੱਖੋਗੇ, ਪਿਆਜੇ ਕਹਿੰਦੇ ਨੇ ਪਹਿਲਾ ਵਿਚਾਰ ਆਇਆ, ਵਿਚਾਰ ਕਿਵੇਂ ਆਇਆ ਹੈ, ਸਕੀਮਾਂ ਦੇ ਤਾਲਮੇਲ ਦੇ ਰਾਹੀਂ। ਔਰ ਪਿਆਜੇ ਗੱਲ ਕਹਿੰਦੇ ਨੇ ਕਿ ਵਿਚਾਰ ਉਦੋਂ ਹੀ ਆਏਗਾ ਜਦੋਂ ਬੱਚੇ ਦੀ ਮਾਨਸਿਕ ਯੋਗਤਾਵਾਂ ਕਿਸੇ ਖਾਸ ਪੱਧਰ ਤੱਕ ਪਹੁੰਚ ਚੁੱਕੀਆਂ ਹੋਣਗੀਆਂ। ਨਾਲ ਹੀ ਇਹ ਗੱਲ ਕਹਿੰਦੇ ਨੇ ਕਿ ਭਾਸ਼ਾ ਅਤੇ ਵਿਚਾਰ ਬੋਧਾਤਮਕ ਪ੍ਰਕਿਰਿਆਵਾਂ ਦੇ ਪਹਿਲੂ ਹਨ। ਪਿਆਜੇ ਦੀ ਬਹੁਤ ਹੀ ਫੇਮਸ ਥਿਊਰੀ ਹੈ ਕੋਗਨੀਟਿਵ ਡਿਵੈਲਪਮੈਂਟ ਥਿਊਰੀ, ਉਸ ਨੂੰ ਅਸੀਂ ਡਿਸਕਸ ਕਰ ਚੁੱਕੇ ਹਾਂ, ਉਹ ਵੀ ਤੁਸੀਂ ਇੱਕ ਵਾਰ ਜ਼ਰੂਰ ਪੜ੍ਹਨੀ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਵਾਈਗੋਟਸਕੀ ਦੇ ਬਾਰੇ। ਵਾਈਗੋਟਸਕੀ ਇਹਨਾਂ ਤੋਂ ਬਿਲਕੁਲ ਹੀ ਉਲਟ ਕਹਿੰਦੇ ਨੇ ਵਿਚਾਰ ਅਤੇ ਭਾਸ਼ਾ ਜੀਵਨ ਦੀ ਸ਼ੁਰੂਆਤ ਤੋਂ ਇੱਕ ਦੂਜੇ 'ਤੇ ਨਿਰਭਰ ਪ੍ਰਕਿਰਿਆਵਾਂ ਹਨ। ਵੈਰੀ ਇੰਪੋਰਟੈਂਟ ਲਾਈਨ ਹੈ ਇਹ। ਵਾਈਗੋਟਸਕੀ ਦਾ ਕਹਿਣਾ ਹੈ ਕਿ ਵਿਚਾਰ ਅਤੇ ਭਾਸ਼ਾ, ਥਾਟ ਐਂਡ ਲੈਂਗੁਏਜ, ਜੀਵਨ ਦੇ ਸ਼ੁਰੂਆਤ ਤੋਂ ਇੱਕ ਦੂਜੇ 'ਤੇ ਨਿਰਭਰ ਕਰਦੇ ਹਨ। ਲੈਂਗੁਏਜ ਅਤੇ ਥਾਟ ਕੀ ਨੇ, ਇੰਡੀਪੈਂਡੈਂਟ, ਇੱਕ ਦੂਜੇ ਦੇ ਉੱਤੇ ਅੰਦਰ ਸੰਬੰਧਿਤ ਨੇ, ਇੱਕ ਦੂਜੇ 'ਤੇ ਨਿਰਭਰ ਕਰਦੇ ਨੇ, ਡਿਪੈਂਡੈਂਟ ਨੇ ਦੋਨੋਂ ਇੱਕ ਦੂਸਰੇ ਦੇ ਉੱਪਰ। ਭਾਸ਼ਾ ਦੁਆਰਾ ਬੱਚੇ ਦੁਆਰਾ ਭਾਸ਼ਾ ਦੀ ਪ੍ਰਾਪਤੀ ਇਸ ਦੇ ਉੱਚ ਮਾਨਸਿਕ ਕਾਰਜਾਂ ਨੂੰ ਸੰਸ਼ੋਧਿਤ ਕਰਦੀ ਹੈ। ਇਹ ਸੋਚ ਨੂੰ ਇੱਕ ਨਿਸ਼ਚਿਤ ਰੂਪ ਪ੍ਰਦਾਨ ਕਰਦਾ ਹੈ। ਸੋ ਬੇਸਿਕਲੀ ਕੀ ਕਹਿੰਦੇ ਨੇ ਵਾਈਗੋਟਸਕੀ, ਕੀ ਕਹਿੰਦੇ ਨੇ, ਭਾਸ਼ਾ ਕੀ ਕਰਦੀ ਹੈ, ਬੱਚੇ ਦੀ ਮਾਨਸਿਕ ਯੋਗਤਾਵਾਂ ਦਾ ਵਿਕਾਸ ਕਰਦੀ ਹੈ। ਮਾਨਸਿਕ ਯੋਗਤਾਵਾਂ ਦਾ ਵਿਕਾਸ ਹੋਏਗਾ ਤਾਂ ਉਸ ਦੇ ਨਾਲ ਕੀ ਆਏਗਾ, ਵਿਚਾਰ ਆਏਗਾ। ਸੋ ਵਾਈਗੋਟਸਕੀ ਕਹਿੰਦੇ ਨੇ ਪਹਿਲੇ ਭਾਸ਼ਾ ਆਈ ਹੈ, ਉਸ ਤੋਂ ਬਾਅਦ ਵਿਚਾਰ ਆਇਆ ਹੈ। ਬਟ ਪਿਆਜੇ ਕੀ ਕਹਿੰਦੇ ਨੇ, ਪਹਿਲੇ ਕੀ ਆਇਆ ਹੈ, ਵਿਚਾਰ। ਕਾਫੀ ਇੰਪੋਰਟੈਂਟ ਹੈ, ਇਸ ਨੂੰ ਤੁਸੀਂ ਯਾਦ ਰੱਖਣਾ ਹੈ। ਬੱਚੇ ਦੁਆਰਾ ਭਾਸ਼ਾ ਦੀ ਪ੍ਰਾਪਤੀ ਇਸ ਦੇ ਉੱਚ ਮਾਨਸਿਕ ਕਾਰਜਾਂ ਨੂੰ ਸੰਸ਼ੋਧਿਤ ਕਰਦੀ ਹੈ। ਇਹ ਸੋਚ ਨੂੰ ਇੱਕ ਨਿਸ਼ਚਿਤ ਰੂਪ ਪ੍ਰਦਾਨ ਕਰਦਾ ਹੈ। ਕਲਪਨਾ, ਯਾਦਦਾਸ਼ਤ ਦੀ ਵਰਤੋਂ ਅਤੇ ਕਾਰਜ ਯੋਜਨਾ ਦੀ ਉਭਾਰ ਨੂੰ ਸਮਰੱਥ ਬਣਾਉਂਦਾ ਹੈ। ਸੋ ਜਦੋਂ ਵੀ ਭਾਸ਼ਾ ਦੀ ਪ੍ਰਾਪਤੀ ਹੋ ਜਾਂਦੀ ਹੈ, ਬੱਚੇ ਦੀ ਮਾਨਸਿਕ ਕਾਰਜ ਵੱਧਦੇ ਨੇ, ਉਸ ਦੀ ਕਲਪਨਾ ਕਰਨ ਦੀ ਸ਼ਕਤੀ ਵੱਧਦੀ ਹੈ, ਮੈਮਰੀ ਜਿਹੜੀ ਪਾਵਰ ਹੈ ਉਹ ਵੀ ਇਨਹਾਂਸ ਹੁੰਦੀ ਹੈ, ਪਲੈਨਿੰਗ ਕਰਨ ਦੀ ਸਮਰੱਥਾ ਉਸ ਦੇ ਵਿੱਚ ਆਉਂਦੀ ਹੈ। ਭਾਸ਼ਾ ਸਮੇਤ ਸਾਰੀਆਂ ਬੁਨਿਆਦੀ ਬੋਧਾਤਮਕ ਗਤੀਵਿਧੀਆਂ ਸਮਾਜਿਕ ਇਤਿਹਾਸਿਕ ਮੈਟ੍ਰਿਕਸ ਵਿੱਚ ਹੁੰਦੀਆਂ ਹਨ। ਉਹ ਮੰਨਦਾ ਹੈ ਕਿ ਬੋਧਾਤਮਕ ਹੁਨਰ ਅਤੇ ਸੋਚਣ ਦੇ ਪੈਟਰਨ ਪੈਦਾਇਸ਼ੀ ਕਾਰਕਾਂ ਦੁਆਰਾ ਨਿਰਧਾਰਿਤ ਨਹੀਂ ਹੁੰਦੇ, ਪਰ ਵਿਅਕਤੀ ਅਤੇ ਸੱਭਿਆਚਾਰਕ ਸੰਸਥਾ ਦੇ ਵਿਚਕਾਰ ਆਪਸੀ ਤਾਲਮੇਲ ਦਾ ਉਤਪਾਦ ਹੈ, ਜਿੱਥੇ ਵਿਅਕਤੀ ਵੱਡਾ ਹੁੰਦਾ ਹੈ।
ਪਿਆਜੇ ਬੇਸਿਕਲੀ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਬੱਚਾ ਹੈ ਉਹ ਖੁਦ ਕੰਸਟਰਕਸ਼ਨ ਕਰਕੇ ਸਿੱਖਦਾ ਹੈ ਆਪਣੇ ਆਪ, ਆਪਣੇ ਗਿਆਨ, ਆਪਣੇ ਇਨਵਾਇਰਨਮੈਂਟ ਦੇ ਵਿੱਚੋਂ। ਬੇਸਿਕਲੀ ਇਨਵਾਇਰਨਮੈਂਟ ਦੀ ਗੱਲ ਕਰਦੇ ਨੇ ਉਹ, ਕਿ ਆਪਣੇ ਇਨਵਾਇਰਨਮੈਂਟ ਦੇ ਵਿੱਚੋਂ ਖੁਦ ਸਿੱਖਦਾ ਹੈ। ਬਟ ਵਾਈਗੋਟਸਕੀ ਬਿਲਕੁਲ ਉਲਟ ਕਹਿੰਦੇ ਨੇ। ਵਾਈਗੋਟਸਕੀ ਕਹਿੰਦੇ ਨੇ ਬੱਚੇ ਜਨਮ ਤੋਂ ਹੀ ਨਹੀਂ, ਬੱਚੇ ਜਦੋਂ ਜਨਮ ਹੁੰਦਾ ਹੈ ਉਸ ਸਮੇਂ ਉਸਦੇ ਕੋਲ ਜਿਹੜਾ ਹੈ ਕੁਝ ਵੀ ਨਹੀਂ ਹੁੰਦਾ, ਰਾਈਟ। ਬਟ ਹੌਲੀ ਹੌਲੀ ਜਦੋਂ ਸਮਾਜ ਦੇ ਵਿੱਚ ਆਉਂਦਾ ਹੈ ਤਾਂ ਸਮਾਜ ਸੋਸ਼ਲ ਪਲੱਸ ਕਲਚਰਲ ਜਿਹੜੀਆਂ ਸੰਸਥਾਵਾਂ ਨੇ ਉਹ ਉਸਦਾ ਜਿਹੜਾ ਕੋਗਨੇਟਿਵ ਡਿਵੈਲਪਮੈਂਟ ਕਰਦੀਆਂ ਨੇ। ਵਾਈਗੋਟਸਕੀ ਦੀ ਵੀ ਕਾਫੀ ਇੰਪੋਰਟੈਂਟ ਥਿਊਰੀ ਹੈ ਕੋਗਨੇਟਿਵ ਡਿਵੈਲਪਮੈਂਟ ਥਿਊਰੀ। ਉਹ ਹਾਲੇ ਨਹੀਂ ਕਰਵਾਈ ਆਪਾਂ ਨੇ ਚੈਨਲ 'ਤੇ, ਪੁਰਾਣੀਆਂ ਪਈਆਂ ਹੋਈਆਂ ਨੇ, ਉਹ ਦੇਖਣੀ ਹੋਏ ਤਾਂ ਤੁਸੀਂ ਦੇਖ ਸਕਦੇ ਹੋ। ਬਟ ਆਪਾਂ ਦੁਬਾਰਾ ਨਵੇਂ ਸਿਰੇ ਤੋਂ ਵੀ ਕਰਵਾਵਾਂਗੇ ਪੰਜਾਬੀ ਲੈਂਗੁਏਜ ਦੇ ਵਿੱਚ। ਔਰ ਜਿਹੜੀ ਵਾਈਗੋਟਸਕੀ ਬੇਸਿਕਲੀ ਇਹ ਗੱਲ ਕਹਿੰਦੇ ਨੇ ਕਿ ਬੱਚੇ ਦਾ ਗਿਆਨ ਦਾ ਵਿਕਾਸ ਕਿਵੇਂ ਹੁੰਦਾ ਹੈ, ਸੋਸ਼ਲ, ਸਮਾਜ 'ਚ ਪਲੱਸ ਕਲਚਰ, ਦੋਨੋਂ ਹੀ ਬੱਚੇ ਦੀ ਭਾਸ਼ਾ ਅਤੇ ਵਿਚਾਰ ਜਾਂ ਫਿਰ ਕਹਿ ਲਓ ਕੋਗਨੇਟਿਵ ਡਿਵੈਲਪਮੈਂਟ ਦਾ ਵਿਕਾਸ ਕਰਦੇ ਨੇ। ਠੀਕ ਹੈ ਜੀ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਔਰ ਵਾਈਗੋਟਸਕੀ ਨੂੰ ਸੋਸ਼ਲ ਕਲਚਰਲ ਕੰਸਟਰਕਟਿਵਿਸਟ ਵੀ ਕਿਹਾ ਜਾਂਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਬੱਚੇ ਆਪਣੇ ਸਮਾਜ ਅਤੇ ਆਪਣੇ ਸੱਭਿਆਚਾਰ ਦੇ ਵਿੱਚੋਂ ਆਪਣੇ ਗਿਆਨ ਦਾ ਨਿਰਮਾਣ ਕਰਦੇ ਹਨ, ਆਪਣੀ ਜਿਹੜੀਆਂ ਬੌਧਿਕ ਯੋਗਤਾਵਾਂ ਨੇ ਉਹਨਾਂ ਦਾ ਨਿਰਮਾਣ ਕਰਦੇ ਹਨ। ਹੁਣ ਇਹ ਜਿਹੜਾ ਕੁਐਸਚਨ ਹੈ ਇਸ ਨੂੰ ਅਸੀਂ ਪੜ੍ਹਦੇ ਹਾਂ। ਨਿਮਨ ਲਿਖਤ ਵਿੱਚੋਂ ਕਿਹੜਾ ਕਥਨ ਭਾਸ਼ਾ ਅਤੇ ਵਿਚਾਰਾਂ ਬਾਰੇ ਪਿਆਜੇ ਅਤੇ ਵਾਈਗੋਟਸਕੀ ਦੇ ਵਿਚਾਰਾਂ ਦਾ ਸਹੀ ਵਰਣਨ ਕਰਦਾ ਹੈ? ਤੁਹਾਡੇ ਕੋਲ 4 ਆਪਸ਼ਨਸ ਨੇ, ਜੋ ਸਹੀ ਆਪਸ਼ਨਸ ਜਿਹੜੀ ਹੈ ਚੂਜ਼ ਕਰਨੀ ਹੈ। ਫਸਟ ਆਪਸ਼ਨ ਹੈ ਪਿਆਜੇ ਦੇ ਅਨੁਸਾਰ ਵਿਚਾਰ ਸਭ ਤੋਂ ਪਹਿਲਾਂ ਉੱਭਰਦਾ ਹੈ। ਪਿਆਜੇ ਹੀ ਗੱਲ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਕਿਆ ਹੈ, ਵਿਚਾਰ ਹੋਇਆ। ਅਤੇ ਵਾਈਗੋਟਸਕੀ ਦੇ ਅਨੁਸਾਰ ਭਾਸ਼ਾ ਦਾ ਵਿਚਾਰ ਉੱਤੇ ਡੂੰਘਾ ਪ੍ਰਭਾਵ ਹੈ। ਵਾਈਗੋਟਸਕੀ ਕਹਿੰਦੇ ਨੇ ਪਹਿਲੇ ਭਾਸ਼ਾ ਆਈ ਹੈ, ਭਾਸ਼ਾ ਦੇ ਨਾਲ ਹੀ ਵਿਚਾਰ ਆਏ ਹਨ। ਸੈਕਿੰਡ ਆਪਸ਼ਨ ਹੈ ਵਾਈਗੋਟਸਕੀ ਦੇ ਅਨੁਸਾਰ ਵਿਚਾਰ ਸਭ ਤੋਂ ਪਹਿਲਾਂ ਆਉਂਦਾ ਹੈ। ਪਿਆਜੇ ਦੇ ਅਨੁਸਾਰ ਭਾਸ਼ਾ ਦਾ ਵਿਚਾਰ ਉੱਤੇ ਗਹਿਰਾ ਪ੍ਰਭਾਵ ਹੈ। ਜਾਂ ਫਿਰ ਥਰਡ ਆਪਸ਼ਨ ਦੋਵੇਂ ਵਿਚਾਰਾਂ ਨੂੰ ਬੱਚੇ ਦੀ ਭਾਸ਼ਾ ਤੋਂ ਉੱਪਰਦਾ ਸਮਝਦੇ ਹਨ। ਜਾਂ ਫਿਰ ਉਹ ਫੋਰਥ ਆਪਸ਼ਨ ਹੈ ਦੋਵੇਂ ਭਾਸ਼ਾ ਨੂੰ ਬੱਚੇ ਦੇ ਵਿਚਾਰਾਂ ਵਿੱਚੋਂ ਉੱਪਰਦੀ ਸਮਝਦੇ ਹਨ। ਸੋ ਰਾਈਟ ਆਨਸਰ ਆਈ ਹੋਪ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ। ਅਗਰ ਤੁਹਾਨੂੰ ਸਮਝ ਆ ਗਿਆ ਉੱਪਰਲਾ ਸਾਰਾ ਕੁਝ। ਸੋ ਕੀ ਕਹਿੰਦੇ ਨੇ, ਪਿਆਜੇ ਕਹਿੰਦੇ ਨੇ ਕਿ ਵਿਚਾਰ ਸਭ ਤੋਂ ਪਹਿਲਾਂ ਆਇਆ ਹੈ। ਵਾਈਗੋਟਸਕੀ ਕੀ ਕਹਿੰਦੇ ਨੇ, ਭਾਸ਼ਾ ਪਹਿਲੇ ਆਈ ਹੈ, ਭਾਸ਼ਾ ਦਾ ਵਿਚਾਰ ਉੱਤੇ ਡੂੰਘਾ ਪ੍ਰਭਾਵ ਹੈ, ਰਾਈਟ। ਸੋ ਆਪਣੀ ਆਪਸ਼ਨ ਰਾਈਟ ਕਿਹੜੀ ਹੋ ਜਾਏਗੀ, ਫਸਟ। ਪਿਆਜੇ ਤੇ ਵਾਈਗੋਟਸਕੀ ਬਾਰੇ ਆਈ ਹੋਪ ਤੁਸੀਂ ਸਮਝ ਚੁੱਕੇ ਹੋਵੋਗੇ ਸਾਰਾ ਕੁਝ। ਮੇਨ ਪੁਆਇੰਟਸ ਜਿਹੜੇ ਨੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੇ ਨੇ ਮੈਂ ਤੁਹਾਨੂੰ ਸਾਰੇ ਦੱਸਦੇ ਨੇ। ਹੁਣ ਅਸੀਂ ਗੱਲ ਕਰ ਲੈਂਦੇ ਹਾਂ ਸਕਿਨਰ ਦੀ। ਸਕਿਨਰ ਤੋਂ ਬਾਅਦ ਅਸੀਂ ਗੱਲ ਕਰਾਂਗੇ ਚੌਮਸਕੀ ਦੀ। ਸਕਿਨਰ ਜਿਹੜੇ ਨੇ ਉਹ ਕੀ ਹੈ, ਇੱਕ ਬਿਹੇਵੀਅਰਿਸਟ ਨੇ, ਯਾਨੀ ਕਿ ਵਿਵਹਾਰਵਾਦੀ ਨੇ। ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਬੱਚੇ ਨੇ ਉਹ ਵਿਵਹਾਰ ਤੋਂ ਸਿੱਖਦੇ ਨੇ। ਕਿਵੇਂ? ਉਹਨਾਂ ਨੇ ਇੱਕ ਟਰਮ ਸਾਨੂੰ ਦਿੱਤੀ ਹੈ ਓਪਰੈਂਟ ਕੰਡੀਸ਼ਨਿੰਗ ਦੀ। ਓਪਰੈਂਟ ਕੰਡੀਸ਼ਨਿੰਗ ਬੇਸਿਕਲੀ ਕੀ ਹੁੰਦਾ ਹੈ? ਓਪਰੈਂਟ ਕੰਡੀਸ਼ਨਿੰਗ ਦੇ ਵਿੱਚ ਕੀ ਹੁੰਦਾ ਹੈ, ਮੰਨ ਲਓ ਇੱਕ ਬੱਚਾ ਹੈ, ਰਾਈਟ, ਛੋਟਾ ਬੱਚਾ ਹੈ, ਉਹ ਕੀ ਹੈ, ਉਹ ਬੋਲਦਾ ਹੈ, ਅਗਰ ਉਹਨੂੰ ਪਿਆਸ ਲੱਗੀ ਕਹਿੰਦਾ ਪਾਣੀ ਤੋਂ, ਰਾਈਟ, ਪਾਣੀ ਤੋਂ, ਤਾਂ ਉਸਨੂੰ ਕੀ ਹੈ, ਪਾਣੀ ਦੇ ਦਿੱਤਾ ਜਾਂਦਾ ਹੈ ਪੀਣ ਵਾਸਤੇ, ਰਾਈਟ। ਤਾਂ ਉਹਨੂੰ ਕੀ ਲੱਗਦਾ ਹੈ ਕਿ ਹਾਂ ਪਾਣੀ ਦੋ ਮੈਂ ਬੋਲਿਆ ਤਾਂ ਉਸਦੀ ਜਿਹੜੀ ਨੀਡ ਹੈ ਫੁੱਲਫਿਲ ਹੋ ਚੁੱਕੀ ਹੈ। ਫਿਰ ਉਹ ਕੀ ਕਰੇਗਾ, ਦੁਬਾਰਾ ਆਪਣੇ ਜਦੋਂ ਉਹਨੂੰ ਪਿਆਸ ਲੱਗੇਗੀ ਦੁਬਾਰਾ ਆਪਣੇ ਵਿਵਹਾਰ ਨੂੰ ਰਿਪੀਟ ਕਰੇਗਾ ਅਤੇ ਪਾਣੀ ਤੋਂ ਬੋਲੇਗਾ। ਇਸ ਤਰੀਕੇ ਨਾਲ ਹੌਲੀ ਹੌਲੀ ਜਿਵੇਂ ਜਿਵੇਂ ਉਸਨੂੰ ਰੀਇਨਫੋਰਸ ਕੀਤਾ ਜਾਂਦਾ ਹੈ, ਉਸਨੂੰ ਰਿਵਾਰਡ ਮਿਲਦਾ ਹੈ, ਉਸਨੂੰ ਗਿਫਟਸ ਮਿਲਦੇ ਨੇ, ਉਸਨੂੰ ਵਧੀਆ ਰਿਸਪੌਂਸ ਮਿਲਦਾ ਹੈ ਆਪਣੇ ਆਲੇ ਦੁਆਲੇ ਤੋਂ, ਉਹ ਕੀ ਕਰਦਾ ਹੈ, ਭਾਸ਼ਾ ਨੂੰ ਸਿੱਖਦਾ ਚਲੇ ਜਾਂਦਾ ਹੈ, ਰਾਈਟ। ਇਸ ਟਰਮ ਨੂੰ, ਇਸੇ ਨੂੰ ਹੀ ਅਸੀਂ ਕੀ ਕਹਿੰਦੇ ਹਾਂ, ਓਪਰੈਂਟ ਕੰਡੀਸ਼ਨਿੰਗ। ਸਕਿਨਰ ਬੇਸਿਕਲੀ ਕਹਿੰਦੇ ਨੇ ਬੱਚੇ ਭਾਸ਼ਾ ਨੂੰ ਓਪਰੈਂਟ ਕੰਡੀਸ਼ਨਿੰਗ ਦੇ ਰਾਹੀਂ ਸਿੱਖਦੇ ਨੇ। ਮਤਲਬ ਜਿਵੇਂ ਜਿਵੇਂ ਤੁਸੀਂ ਬੱਚਿਆਂ ਨੂੰ ਬੱਚਿਆਂ ਨੂੰ ਰਿਵਾਰਡ ਦਿੰਦੇ ਹੋ, ਕੁਛ ਉਹ ਚੰਗਾ ਕਰਦੇ ਨੇ, ਕੁਛ ਬੋਲਣ ਦੀ ਕੋਸ਼ਿਸ਼ ਕਰਦੇ, ਤੁਸੀਂ ਉਹਨਾਂ ਨੂੰ ਇਨਾਮ ਦਿੰਦੇ ਹੋ, ਤਾਂ ਉਹ ਕੀ ਕਰਦੇ ਨੇ, ਹੌਲੀ ਹੌਲੀ ਸਿੱਖ ਜਾਂਦੇ ਨੇ। ਉਹਨਾਂ ਦੇ ਵਿੱਚ ਪੁਨਰ ਬਲਨ ਯਾਨੀ ਕਿ ਉਹਨਾਂ ਦਾ ਮੋਟੀਵੇਸ਼ਨ ਲੈਵਲ ਜਿਹੜਾ ਉਹ ਅਪ ਹੁੰਦਾ। ਇਸ ਕਰਕੇ ਸਕਿਨਰ ਸਾਨੂੰ ਬਹੁਤ ਮੋਸਟ ਇੰਪੋਰਟੈਂਟ ਟਰਮ ਬਾਰੇ ਦੱਸਦੇ ਨੇ, ਓਪਰੈਂਟ ਕੰਡੀਸ਼ਨਿੰਗ ਦੇ ਬਾਰੇ। B.F. ਸਕਿਨਰ ਦਾ ਮੰਨਣਾ ਸੀ ਕਿ ਬੱਚੇ ਓਪਰੈਂਟ ਕੰਡੀਸ਼ਨਿੰਗ ਰਾਹੀਂ ਭਾਸ਼ਾ ਸਿੱਖਦੇ ਹਨ। ਦੂਜੇ ਸ਼ਬਦਾਂ ਵਿੱਚ ਬੱਚਿਆਂ ਨੂੰ ਭਾਸ਼ਾ ਦੀ ਕਾਰਜਸ਼ੀਲ ਢੰਗ ਨਾਲ ਵਰਤਣ ਲਈ ਇਨਾਮ ਮਿਲਦਾ ਹੈ। ਜਦੋਂ ਬੱਚੇ ਭਾਸ਼ਾ ਨੂੰ ਵਧੀਆ ਢੰਗ ਨਾਲ ਯੂਜ਼ ਕਰਦੇ ਨੇ, ਵਰਤਦੇ ਨੇ, ਤਾਂ ਉਹਨਾਂ ਨੂੰ ਇਨਾਮ ਦਿੱਤਾ ਜਾਂਦਾ ਹੈ। ਉਦਾਹਰਨ ਲਈ ਜਦੋਂ ਇੱਕ ਬੱਚਾ ਪਿਆਸਾ ਹੁੰਦਾ ਹੈ ਤਾਂ ਪੀਣਾ ਸ਼ਬਦ ਬੋਲਣਾ ਸਿੱਖਦਾ ਹੈ। ਉਸ ਨੂੰ ਪੀਣ ਲਈ ਕੁਝ ਮਿਲਦਾ ਹੈ ਜੋ ਪੀਣ ਲਈ ਉਸਦੇ ਸ਼ਬਦ ਦੀ ਵਰਤੋਂ ਨੂੰ ਮਜ਼ਬੂਤ ਕਰਦਾ ਹੈ ਅਤੇ ਇਸ ਤਰ੍ਹਾਂ ਉਹ ਅਜਿਹਾ ਕਰਨਾ ਜਾਰੀ ਰੱਖੇਗਾ। ਇਹ 4 ਮਿਆਦ ਦੀ ਅਚਨਚੇਤੀ ਦੀ ਪਾਲਣਾ ਕਰਦਾ ਹੈ ਜਿਸ ਨੂੰ ਸਕਿਨਰ ਭਾਸ਼ਾ ਦੇ ਵਿਕਾਸ ਦਾ ਆਧਾਰ ਮੰਨਦਾ ਸੀ। ਠੀਕ ਹੈ ਜੀ। ਸੋ ਇਹੀ ਗੱਲ ਕਹਿੰਦੇ ਨੇ ਸਕਿਨਰ ਕਿ ਜਿਵੇਂ ਜਿਵੇਂ ਬੱਚੇ ਭਾਸ਼ਾ ਸਿੱਖਦੇ ਨੇ, ਉਹਨਾਂ ਨੂੰ ਭਾਸ਼ਾ ਜਦੋਂ ਬੋਲਦੇ ਨੇ ਉਸ ਨੂੰ ਇਨਾਮ ਦਿੱਤਾ ਜਾਂਦਾ ਹੈ, ਤਾਂ ਉਹ ਕੀ ਕਰਦੇ ਨੇ, ਭਾਸ਼ਾ ਸਿੱਖਣ ਦੇ ਲਈ ਹੋਰ ਜ਼ਿਆਦਾ ਉਤੇਜਿਤ ਹੋ ਜਾਂਦੇ ਹਨ। ਪ੍ਰੇਰਿਤ ਕਾਰਜ, ਵਿਤਕਰੇ ਵਾਲੀ ਉਤੇਜਨਾ, ਪ੍ਰਤੀਕਿਰਿਆ ਅਤੇ ਉਤੇਜਨਾ ਨੂੰ ਮਜ਼ਬੂਤ ਕਰਨਾ। ਸਕਿਨਰ ਨੇ ਵੀ ਸੁਝਾਅ ਦਿੱਤਾ ਹੈ ਕਿ ਬੱਚੇ ਦੂਜਿਆਂ ਦੀ ਨਕਲ, ਪ੍ਰੇਰਨਾ ਅਤੇ ਆਕਾਰ ਦੇ ਕੇ ਭਾਸ਼ਾ ਸਿੱਖਦੇ ਹਨ। ਬੱਚੇ ਦੂਜਿਆਂ ਦੀ ਨਕਲ ਕਰਕੇ, ਦੂਜਿਆਂ ਤੋਂ ਮੋਟੀਵੇਸ਼ਨ ਲੈ ਕੇ
ਹੀ ਆਪਣੀ ਜਿਹੜੀ ਭਾਸ਼ਾ ਨੂੰ ਸਿੱਖਦੇ ਹਨ। ਇਹ ਸੀਗੇ ਭਾਸ਼ਾ ਪ੍ਰਤੀ ਸਕਿਨਰ ਦੇ ਵਿਚਾਰ। ਇਸ ਦੇ ਵਿੱਚੋਂ ਕੁਐਸਚਨ ਕਿਵੇਂ, ਅਗਰ ਆਪਾਂ ਸਮਝੀਏ ਕਿਵੇਂ ਪੁੱਛਿਆ ਜਾ ਸਕਦਾ ਹੈ, ਕੁਐਸਚਨ ਇਹੀ ਪੁੱਛਣਗੇ ਕਿ ਸਕਿਨਰ ਕਹਿੰਦੇ ਨੇ ਬੱਚੇ ਜਿਹੜੇ ਨੇ ਭਾਸ਼ਾ ਕਿਵੇਂ ਸਿੱਖਦੇ ਨੇ। ਜਾਂ ਤਾਂ ਤੁਹਾਨੂੰ ਆਪਸ਼ਨ ਦੇ ਵਿੱਚ ਆਪਰੈਂਟ ਕੰਡੀਸ਼ਨਿੰਗ ਵਰਡ ਮਿਲੇਗਾ, ਜਾਂ ਫਿਰ ਇੱਦਾਂ ਲਿਖਿਆ ਹੋਏਗਾ ਪੁਨਰ ਬਲਨ ਰਾਹੀਂ ਸਿੱਖਦੇ ਨੇ, ਨਕਲ ਰਾਹੀਂ ਸਿੱਖਦੇ ਨੇ, ਰਾਈਟ, ਜਾਂ ਫਿਰ ਰਿਵੋਰਡ ਇਨਾਮ ਦੇ ਰਾਹੀਂ ਸਿੱਖਦੇ ਨੇ। ਇਸ ਤਰੀਕੇ ਦੀ ਆਪਸ਼ਨਸ ਤੁਹਾਨੂੰ ਮਿਲ ਸਕਦੀਆਂ ਨੇ ਕੁਐਸਚਨ ਦੇ ਵਿੱਚ। ਨੈਕਸਟ ਆਪਾਂ ਗੱਲ ਕਰ ਲੈਂਦੇ ਹਾਂ ਚੋਮਸਕੀ ਦੀ, ਲਾਸਟ ਹੈ ਇਹ ਆਪਣਾ, ਠੀਕ ਹੈ। ਚੋਮਸਕੀ ਮਨੋਵਿਗਿਆਨੀ। ਚੋਮਸਕੀ ਬੇਸਿਕਲੀ ਦੋ ਤਿੰਨ ਇੰਪੋਰਟੈਂਟ ਇਹਨਾਂ ਨੇ ਟਰਮਸ ਦਿੱਤੇ, ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਇੱਕ ਹੈ ਯੂਨੀਵਰਸਲ ਗ੍ਰਾਮਰ, UG ਜਿਸ ਨੂੰ ਕਹਿੰਦੇ ਆ, ਯੂਨੀਵਰਸਲ ਵਿਆਕਰਨ। ਇੱਕ ਉਹਨਾਂ ਨੇ ਗੱਲ ਕੀਤੀ ਹੈ LAD ਦੀ, ਮੋਸਟ ਇੰਪੋਰਟੈਂਟ ਨੇ। ਇਹਨਾਂ ਦੀ ਫੁੱਲ ਫਾਰਮਸ ਵੀ ਆ ਸਕਦੀਆਂ ਨੇ, ਜਾਂ ਫਿਰ ਇੱਦਾਂ ਪੁੱਛਿਆ ਜਾ ਸਕਦਾ ਹੈ ਕਿ UG ਟਰਮ ਕਿਸ ਨੇ ਦਿੱਤੀ ਹੈ, ਲਾਈਕ UG ਟਰਮ ਕਿਸ ਨੇ ਦਿੱਤੀ ਹੈ, ਯੂਨੀਵਰਸਲ ਗ੍ਰਾਮਰ ਕਿਸ ਨੇ ਦਿੱਤੀ ਹੈ, ਚੋਮਸਕੀ ਨੇ। ਨੋਮ ਚੋਮਸਕੀ ਇਹਨਾਂ ਦਾ ਨਾਮ ਹੈ ਫੁੱਲ। LAD ਲੈਂਗੁਏਜ ਐਕੁਇਜ਼ੀਸ਼ਨ ਡਿਵਾਈਸ, ਰਾਈਟ, ਲੈਂਗੁਏਜ ਐਕੁਇਜ਼ੀਸ਼ਨ ਡਿਵਾਈਸ। ਪੰਜਾਬੀ 'ਚ ਵੀ ਇੱਦਾਂ ਹੀ ਲਿਖਿਆ ਹੁੰਦਾ ਹੈ, ਜਾਂ ਫਿਰ ਇਸ ਲਿਖਿਆ ਹੋਏਗਾ ਭਾਸ਼ਾ ਪ੍ਰਾਪਤੀ ਯੰਤਰ, ਠੀਕ ਹੈ ਜੀ। ਔਰ ਹੁਣ ਆਪਾਂ ਗੱਲ ਕਰਦੇ ਹਾਂ ਨੋਮ ਚੋਮਸਕੀ ਭਾਸ਼ਾ ਪ੍ਰਾਪਤੀ ਯੰਤਰ। ਨੋਮ ਚੋਮਸਕੀ ਦਾ ਕੰਮ ਭਾਸ਼ਾ ਦੇ ਜੀਵ ਵਿਗਿਆਨਕ ਆਧਾਰ 'ਤੇ ਚਰਚਾ ਕਰਦਾ ਹੈ। ਚੋਮਸਕੀ ਨੇ ਜਿਹੜੀਆਂ ਵੀ UG ਦੀ ਗੱਲ ਕੀਤੀ ਹੈ ਜਾਂ ਫਿਰ LAD ਦੀ ਗੱਲ ਕੀਤੀ ਹੈ, ਉਹ ਕਿਸ ਦੇ ਆਧਾਰ 'ਤੇ ਕੀਤੀ ਹੈ, ਬਾਇਓਲੋਜੀ ਦੇ ਆਧਾਰ 'ਤੇ, ਅਤੇ ਦਾਅਵਾ ਕਰਦਾ ਹੈ ਕਿ ਬੱਚਿਆਂ ਵਿੱਚ ਭਾਸ਼ਾ ਸਿੱਖਣ ਦੀ ਸੁਭਾਵਿਕ ਯੋਗਤਾ ਹੁੰਦੀ ਹੈ। ਨੋਮ ਚੋਮਸਕੀ ਕਹਿੰਦੇ ਨੇ ਕਿ ਜਿਹੜੇ ਬੱਚੇ ਨੂੰ ਨੈਚੁਰਲੀ ਭਾਸ਼ਾ ਨੂੰ ਐਕਵਾਇਰ ਕਰ ਲੈਂਦੇ ਨੇ, ਤੁਹਾਨੂੰ ਕੁਝ ਵੀ ਐਫਰਟਸ ਆਪਣੇ ਵੱਲੋਂ ਐਫਰਟਸ ਦੇਣ ਦੀ ਜ਼ਰੂਰਤ ਨਹੀਂ ਹੈ, ਨਾ ਹੀ ਬੱਚੇ ਨੂੰ ਐਫਰਟਸ ਕਰਨ ਦੀ ਜ਼ਰੂਰਤ ਹੈ, ਉਹ ਸੁਭਾਵਿਕ ਹੀ ਸਿੱਖ ਲੈਂਦੇ ਨੇ। ਉਹਨਾਂ ਦੇ ਸੁਭਾਅ ਦੇ ਵਿੱਚ ਹੀ ਹੁੰਦਾ ਹੈ, ਇਨੇਟ ਐਬਿਲਿਟੀ ਹੁੰਦੀ ਹੈ, ਉਹਨਾਂ ਕੋਲ ਜਨਮਜਾਤ ਬੇਸਿਕਲੀ ਸ਼ਕਤੀ ਹੁੰਦੀ ਹੈ, ਜਿਸ ਦੇ ਰਾਹੀਂ ਉਹ ਭਾਸ਼ਾ ਨੂੰ ਕੀ ਕਰਦੇ ਨੇ, ਨੈਚੁਰਲੀ ਸਿੱਖ ਲੈਂਦੇ ਨੇ। ਚੋਮਸਕੀ ਇਸ ਸੁਭਾਵਿਕ ਯੋਗਤਾ ਨੂੰ ਭਾਸ਼ਾ ਪ੍ਰਾਪਤੀ ਯੰਤਰ ਕਹਿੰਦਾ ਹੈ। ਜਿਹੜੇ ਚੋਮਸਕੀ ਨੂੰ ਕਹਿੰਦੇ ਨੇ ਕਿ LAD ਇੱਕ ਲੈਂਗੁਏਜ ਐਕੁਇਜ਼ੀਸ਼ਨ ਡਿਵਾਈਸ ਹੁੰਦਾ ਹੈ ਬੱਚੇ ਦੇ ਦਿਮਾਗ ਦੇ ਵਿੱਚ, ਜਿਸ ਰਾਹੀਂ ਉਹ ਭਾਸ਼ਾ ਨੂੰ ਸਹਿ ਸੁਭਾਵਿਕ ਹੀ ਨੈਚੁਰਲੀ ਹੀ ਸਿੱਖ ਲੈਂਦਾ ਹੈ। ਉਸ ਦਾ ਮੰਨਣਾ ਹੈ ਕਿ ਬੱਚੇ ਬਿਨਾਂ ਕਿਸੇ ਰਸਮੀ ਹਦਾਇਤ ਦੇ ਸਹਿਜੇ ਹੀ ਭਾਸ਼ਾ ਸਿੱਖਦੇ ਹਨ। ਉਹ ਇਹ ਵੀ ਮੰਨਦਾ ਹੈ ਕਿ ਬੱਚਿਆਂ ਨੂੰ ਭਾਸ਼ਾ ਦੀ ਵਰਤੋਂ ਕਰਨ ਦੀ ਕੁਦਰਤੀ ਲੋੜ ਹੁੰਦੀ ਹੈ। ਇਹ ਕਿ ਰਸਮੀ ਭਾਸ਼ਾ ਦੀ ਅਣਹੋਂਦ ਵਿੱਚ ਬੱਚੇ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਚਾਰ ਦੀ ਪ੍ਰਣਾਲੀ ਵਿਕਸਿਤ ਕਰਨਗੇ, ਠੀਕ ਹੈ। ਜੋ ਹੀ ਗੱਲ ਉਹਨਾਂ ਨੇ ਕਹੀ ਹੈ ਕਿ ਜਿਹੜੇ ਬੱਚੇ ਨੇ ਉਹ ਕੁਦਰਤੀ ਤੌਰ 'ਤੇ ਯੂਜ਼ ਕਰਨਗੇ ਅਤੇ ਭਾਸ਼ਾ ਨੂੰ ਸਿੱਖ ਜਾਣਗੇ। ਉਸਨੇ ਦੇਖਿਆ ਕਿ ਸਾਰੇ ਬੱਚੇ ਇੱਕੋ ਕਿਸਮ ਦੀਆਂ ਭਾਸ਼ਾ ਦੀਆਂ ਗਲਤੀਆਂ ਕਰਦੇ ਹਨ, ਭਾਵੇਂ ਉਹਨਾਂ ਨੂੰ ਕੋਈ ਵੀ ਭਾਸ਼ਾ ਸਿਖਾਈ ਜਾਂਦੀ ਹੈ। ਉਹ ਕਹਿੰਦੇ ਕਿ ਉਹਨਾਂ ਨੇ ਇਹ ਗੱਲ ਦੇਖੀ ਹੈ ਕਿ ਸਾਰੇ ਜਿਹੜੇ ਬੱਚੇ ਨੇ ਉਹ ਇੱਕੋ ਪ੍ਰਕਾਰ ਦੀਆਂ ਗਲਤੀਆਂ ਕਰ ਰਹੇ ਨੇ। ਚੋਮਸਕੀ ਇੱਕ ਯੂਨੀਵਰਸਲ ਵਿਆਕਰਨ ਦੀ ਹੋਂਦ ਵਿੱਚ ਵਿਸ਼ਵਾਸ ਰੱਖਦਾ ਹੈ। ਉਹਨਾਂ ਨੇ ਕਿ ਯੂਨੀਵਰਸਲ ਵਿਆਕਰਨ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ, ਯੂਨੀਵਰਸਲ ਗ੍ਰਾਮਰ ਦੀ ਉਹਨਾਂ ਨੇ ਗੱਲ ਕੀਤੀ ਹੈ। ਉਹ ਕੀ ਕਹਿੰਦੇ ਨੇ ਕਿ ਜਦੋਂ ਬੱਚਾ ਸਟਾਰਟਿੰਗ ਦੇ ਵਿੱਚ ਹੁੰਦਾ ਉਹ ਕਿ ਗ੍ਰਾਮੈਟੀਕਲ ਐਰਰਸ ਬਹੁਤ ਘੱਟ ਕਰਦਾ ਆ, ਠੀਕ ਹੈ। ਕਿਉਂਕਿ ਇੱਕ ਪੈਟਰਨ ਦੇ ਵਿੱਚ ਇੱਕ ਸਹੀ ਬੋਲਦਾ ਹੈ ਸ਼ਬਦ, ਉਹਨੂੰ ਹਾਲੇ ਗ੍ਰਾਮਰ ਦਾ ਗਿਆਨ ਵੀ ਨਹੀਂ ਹੁੰਦਾ, ਨਿਯਮਾਂ ਦਾ ਗਿਆਨ ਵੀ ਨਹੀਂ ਹੁੰਦਾ, ਫਿਰ ਵੀ ਉਹ ਕੀ ਸਹੀ ਬੋਲਦਾ ਹੈ, ਠੀਕ ਹੈ। ਜਿਵੇਂ ਪਾਣੀ ਦੋ ਬੋਲੇਗਾ, ਦੋ ਪਾਣੀ ਨਹੀਂ ਬੋਲੇਗਾ, ਉਲਟਾ ਨਹੀਂ ਬੋਲਦਾ ਹੈਗਾ, ਠੀਕ ਹੈ। ਜਿਵੇਂ ਇੱਦਾਂ ਹੈ, ਮੈਂ ਰੋਟੀ ਖਾਣੀ, ਖਾਣੀ ਰੋਟੀ ਮੈਂ, ਇੱਦਾਂ ਨਹੀਂ, ਉਲਟਾ ਨਹੀਂ ਬੋਲੇਗਾ, ਸਿੱਧਾ ਹੀ ਬੋਲੇਗਾ ਵਿਆਕਰਨ ਦੇ ਅਕੋਰਡਿੰਗ। ਜਿਵੇਂ ਇੱਦਾਂ ਨਹੀਂ ਬੋਲੇਗਾ ਖਾਣੀ ਰੋਟੀ ਮੈਂ, ਇੱਦਾਂ ਸੁਣਿਆ ਕੋਈ ਬੱਚਾ ਉਲਟਾ ਸਿੱਧਾ ਬੋਲ ਰਹੇ ਹੋਣ, ਠੀਕ ਹੈ। ਬਿਲਕੁਲ ਸਹੀ ਬੋਲਦੇ ਨੇ। ਹਾਂ 1% ਚਾਂਸਿਸ ਹੋ ਸਕਦੇ ਨੇ ਕਿ ਬੱਚੇ ਇੱਦਾਂ ਬੋਲਦੇ ਹੋਣ, ਠੀਕ ਹੈ, ਕਈ ਵਾਰ ਹੋ ਜਾਂਦੀ ਹੈ ਗਲਤੀ। ਬਟ ਹਾਲਾਂਕਿ ਨੋਮ ਚੋਮਸਕੀ ਕਹਿੰਦੇ ਨੇ ਕਿ ਬੱਚਿਆਂ ਦੇ ਵਿੱਚ ਯੂਨੀਵਰਸਲ ਗ੍ਰਾਮਰ ਹੁੰਦੀ ਹੈ। ਹਾਲਾਂਕਿ ਉਸਦੀ ਖੋਜ ਦਿਮਾਗ ਦੇ ਖੇਤਰਾਂ ਜਾਂ ਜੈਨੇਟਿਕ ਆਧਾਰ ਦੀ ਪਛਾਣ ਨਹੀਂ ਕਰਦੀ, ਜੋ ਭਾਸ਼ਾ ਲਈ ਮਨੁੱਖਾਂ ਦੀ ਪੈਦਾਇਸ਼ੀ ਯੋਗਤਾ ਨੂੰ ਸਮਰੱਥ ਬਣਾਉਂਦੀ ਹੈ, ਠੀਕ ਹੈ। ਸੋ ਇਹ ਸੀਗਾ ਆਪਣੇ ਨੋਮ ਚੋਮਸਕੀ ਦੇ ਬਾਰੇ। ਹੁਣ ਥੋੜ੍ਹਾ ਜਿਹਾ ਮੈਂ ਤੁਹਾਨੂੰ ਦੁਬਾਰਾ ਰਿਵਾਈਜ਼ ਕਰਵਾ ਦੇਣੀ ਹਾਂ। ਮੋਸਟ ਇੰਪੋਰਟੈਂਟ ਸਟੇਜਸ ਮੈਂ ਤੁਹਾਨੂੰ ਦੱਸਿਆ, ਕ੍ਰਾਈਂਗ ਦੀ ਬਰਥ, ਕੋਇੰਗ 6 ਵੀਕਸ, ਬੈਬਲਿੰਗ 6 ਮੰਥਸ ਐਂਡ 1 ਵਰਡ ਅਟਰੈਂਸ ਕਦੋਂ ਆਏਗੀ 1 ਈਅਰ ਦੇ ਵਿੱਚ, 2 ਵਰਡ ਅਟਰੈਂਸ ਕਦੋਂ ਆਏਗੀ 18 ਮੰਥਸ ਦੇ ਵਿੱਚ। ਹੌਲੀ ਹੌਲੀ ਦੀ ਜਿਹੜੀ ਵੋਕੈਬਲਰੀ ਐਨਹਾਂਸ ਹੁੰਦੀ ਜਾਏਗੀ। ਨੈਕਸਟ ਆਪਾਂ ਅਗਰ ਪਿਆਜੇ ਦੀ ਗੱਲ ਕਰੀਏ, ਪਿਆਜੇ ਕਹਿੰਦੇ ਨੇ ਪਹਿਲਾਂ ਵਿਚਾਰ ਆਇਆ ਹੈ, ਠੀਕ ਹੈ ਜੀ। ਔਰ ਵਿਚਾਰ ਕਿਵੇਂ ਆਏਗਾ, ਸਕੀਮਾਂ ਦੇ ਰਾਹੀਂ, ਸਕੀਮਾਂ ਤੋਂ ਬਾਅਦ ਕੀ ਜਿਹੜੀ ਭਾਸ਼ਾ ਆਉਂਦੀ ਹੈ। ਅਗਰ ਵਾਈਗੋਟਸਕੀ ਦੀ ਗੱਲ ਕਰੀਏ, ਵਾਈਗੋਟਸਕੀ ਕਹਿੰਦੇ ਨੇ ਜਿਹੜਾ ਬੱਚਾ ਹੈ ਉਹ ਆਪਣੇ ਸਮਾਜ ਤੇ ਸੱਭਿਆਚਾਰ ਦੇ ਵਿੱਚੋਂ ਸਿੱਖਦਾ ਹੈ, ਔਰ ਕਹਿੰਦੇ ਨੇ ਕਿ ਭਾਸ਼ਾ ਵਿਚਾਰ ਦੇ ਉੱਤੇ ਡੂੰਘਾ ਪ੍ਰਭਾਵ ਪਾਉਂਦੀ ਹੈ। ਸਕਿਨਰ ਗੱਲ ਕਹਿੰਦੇ ਨੇ ਕਿ ਜਿਹੜੇ ਬੱਚੇ ਨੇ ਆਪਰੈਂਟ ਕੰਡੀਸ਼ਨਿੰਗ ਦੇ ਰਾਹੀਂ ਸਿੱਖਦੇ ਨੇ, ਬੱਚਿਆਂ ਨੂੰ ਇਨਾਮ ਦਿੱਤਾ ਜਾਵੇ, ਪੁਨਰ ਬਲਨ ਦਿੱਤਾ ਜਾਵੇ, ਉਹਨਾਂ ਨੂੰ ਪੀਠ ਉਹਨਾਂ ਦੀ ਥਪਥਪਾਈ ਜਾਵੇ, ਤਾਂ ਹੋ ਕੇ ਭਾਸ਼ਾ ਨੂੰ ਸਹਿਜੇ ਹੀ ਸਿੱਖ ਲੈਣਗੇ, ਔਰ ਦੂਜਿਆਂ ਦੀ ਨਕਲ ਕਰਕੇ ਪ੍ਰੇਰਨਾ ਲੈ ਕੇ ਹੀ ਬੱਚੇ ਜਿਹੜੇ ਭਾਸ਼ਾ ਨੂੰ ਸਿੱਖ ਜਾਂਦੇ ਨੇ। ਨੋਮ ਚੋਮਸਕੀ ਕਹਿੰਦੇ ਨੇ ਬੱਚਿਆਂ ਦੇ ਵਿੱਚ ਲੈਂਗੁਏਜ ਐਕੁਇਜ਼ੀਸ਼ਨ ਡਿਵਾਈਸ ਹੈ, ਭਾਸ਼ਾ ਪ੍ਰਾਪਤੀ ਯੰਤਰ ਹੈ, ਜਿਸ ਦੇ ਰਾਹੀਂ ਉਹ ਨੈਚੁਰਲੀ ਹੀ ਭਾਸ਼ਾ ਨੂੰ ਐਕਵਾਇਰ ਕਰ ਲੈਂਦੇ ਨੇ। ਨਾਲ ਹੀ ਕਹਿੰਦੇ ਨੇ ਕਿ ਬੱਚਿਆਂ ਦੇ ਵਿੱਚ ਯੂਨੀਵਰਸਲ ਗ੍ਰਾਮਰ ਹੁੰਦੀ ਹੈ, ਔਰ ਜਿਸ ਦੇ ਨਾਲ ਕੀ ਆ ਉਹ ਭਾਸ਼ਾ ਨੂੰ ਠੀਕ ਠਾਕ ਬੋਲਦੇ ਨੇ। ਹੁਣ ਅਗਰ ਆਪਾਂ ਗੱਲ ਕਰੀਏ ਕੁਐਸਚਨਸ ਦੀ, ਥੋੜ੍ਹੇ ਜਿਹੇ 2-3 ਕੁਐਸਚਨ ਮੈਂ ਐਡ ਕੀਤੇ ਨੇ। ਯੂਨੀਵਰਸਲ ਵਿਆਕਰਨ ਦੀ ਵਰਤੋਂ ਕਿਸ ਨੇ ਕੀਤੀ ਹੈ? ਸੋ ਇਸ ਦਾ ਆਨਸਰ ਤੁਹਾਨੂੰ ਪਤਾ ਹੈ, ਹੁਣੇ ਆਪਾਂ ਡਿਸਕਸ ਕੀਤਾ ਹੈ, ਨੋਮ ਚੋਮਸਕੀ ਨੇ। ਨੋਮ ਚੋਮਸਕੀ। ਯੂਨੀਵਰਸਲ ਗ੍ਰਾਮਰ ਯਾਨੀ ਕਿ UG ਦੀ ਵਰਤੋਂ ਤੇ LAD ਲੈਂਗੁਏਜ ਐਕੁਇਜ਼ੀਸ਼ਨ ਡਿਵਾਈਸ ਦੀ ਵਰਤੋਂ ਕੀਤੀ ਹੈ ਨੋਮ ਚੋਮਸਕੀ ਨੇ। ਥਰਡ ਕੁਐਸਚਨ ਹੈ, ਬੱਚੇ ਭਾਸ਼ਾ ਆਪਰੈਂਟ ਕੰਡੀਸ਼ਨਿੰਗ ਭਾਵ ਪ੍ਰੋਤਸਾਹਨ ਰਾਹੀਂ ਸਿੱਖਦੇ ਹਨ, ਕਿਸ ਵਿਵਹਾਰਵਾਦੀ ਦਾ ਕਹਿਣਾ ਹੈ? ਸੋ ਇਹ ਕਹਿਣਾ ਹੈ BF ਸਕਿਨਰ ਦਾ।
BF ਸਕਿਨਰ ਦਾ ਕਹਿਣਾ ਹੈ ਕਿ ਬੱਚੇ ਓਪਰੈਂਟ ਕੰਡੀਸ਼ਨਿੰਗ ਦੇ ਰਾਹੀਂ ਸਿੱਖਦੇ ਹਨ। ਸਮਾਜਿਕ ਸੱਭਿਆਚਾਰਕ ਨਿਰਮਾਣਵਾਦੀ ਕੌਣ ਹਨ? ਮੈਂ ਤੁਹਾਨੂੰ ਦੱਸਿਆ ਸੀ ਨਾ, ਸੋਸ਼ਲ ਕਲਚਰਲ ਕੰਸਟਰਕਟਿਵਿਸਟ ਕੌਣ ਨੇ? ਵਾਈਗੋਟਸਕੀ। ਸੋ ਇਹ ਸਾਰੇ ਹੀ ਜਿਹੜਾ ਆਪਾਂ ਵੀਡੀਓ ਕੀਤੀ ਹੈ, ਸਾਰੀ ਜਿਹੜਾ ਟੌਪਿਕ ਨੂੰ ਸਮਝਿਆ ਹੈ, ਇਹ ਬੇਸਿਕਲੀ ਕੁਐਸਚਨਸ ਦੇ ਪੁਆਇੰਟ ਆਫ ਵਿਊ ਤੋਂ ਹੀ ਮੈਂ ਤੁਹਾਨੂੰ ਸਾਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕੋਈ ਵੀ ਕੁਐਸਚਨ ਇਸ ਦੇ ਵਿੱਚ ਨਹੀਂ ਛੱਡਿਆ। ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕੁਐਸਚਨ ਆਨਸਰ ਵੀ MCQs ਵੀ ਬਹੁਤ ਸਾਰੇ ਕਰਾਂਗੇ CDP ਦੇ, ਔਰ ਨਾਲ ਦੀ ਨਾਲ ਪੰਜਾਬੀ ਦੀ ਜਿਹੜੀ ਕਲਾਸਿਸ ਨੇ ਉਹ ਵੀ ਆਪਾਂ ਕਰ ਰਹੇ ਹਾਂ ਹੌਲੀ ਹੌਲੀ। ਪੇਪਰ ਹਲੇ ਦੂਰ ਹੈ, ਇਸ ਕਰਕੇ ਅਸੀਂ ਸਲੋ ਹੀ ਚੱਲ ਰਹੇ ਹਾਂ। ਥੈਂਕ ਯੂ ਸੋ ਮਚ।